ਕੀ ਲੱਗਦਾ ਸਰਕਾਰਾਂ ਨੇ ਚੋਣਾਂ ਵੇਖ ਕੇ ਨੂੰ ਰੱਦ ਕੀਤੇ ਨੇ ਜਾਂ ਕੁਝ ਹੋਰ ਮਨਸ਼ਾ ਸੀ? ਜਾ ਰਹੇ ਸੀ ਕਿ ਤੁਸੀਂ ਵੀ ਆਪਣੇ ਅਹੁਦੇ ਦਾ ਗਲਤ ਉਪਯੋਗ ਕਰਦੇ ਹੋਏ ਕਿਸਾਨਾਂ ਦੇ ਨਾਲ ਜਿੱਦਾਂ ਕਹਿੰਦੇ ਆ ਕਿ ਇੱਕ ਗਲਤ ਸਲੂਕ ਕੀਤਾ, ਕਿਉਂਕਿ ਇੱਕ ਬਹੁਤ ਵੱਡਾ ਪਰਬ ਸੀਗਾ ਗੁਰੂ ਨਾਨਕ ਦੇਵ ਜੀ ਦਾ। ਇੱਕ ਮੈਸੇਜ ਸੀਗਾ ਕਿ ਬਾਬਾ ਨਾਨਕ ਜੀ ਦੇ ਉੱਤੇ ਪਰਬ ਤੇ ਇਹ ਸਾਰੇ ਜਿੰਨੇ ਵੀ ਕਾਨੂੰਨ ਬਣੇ ਸੀ ਉਹਨਾਂ ਨੂੰ ਰੱਦ ਕਰਨ ਦਾ ਕੰਮ ਕੀਤਾ ਤੇ ਕਿਸਾਨਾਂ ਵੱਲ ਚੱਲੇ ਜਿਵੇਂ ਮਾਰਕੁੱਟ ਵੀ ਹੁੰਦੀ ਹੈ। ਕਹਿੰਦੇ ਕੁਦਰਤ ਕਹਿੰਦੇ ਨਾ ਕਿ ਕੁਦਰਤ ਕਰਾ ਲਿਓ, ਉਸੇ ਤਰ੍ਹਾਂ ਨਾ ਹੁੰਦਾ ਰਹਿੰਦਾ ਆ। ਦੇਖੋ ਇਹ 1 ਸਾਲ ਤੋਂ ਜ਼ਿਆਦਾ ਹੋ ਗਿਆ ਕਿਸਾਨਾਂ ਦੇ ਅੰਦੋਲਨ ਨੂੰ। ਬਹੁਤ ਸਾਰੀਆਂ ਚੀਜ਼ਾਂ ਸਰਕਾਰ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਕਈ ਮੀਟਿੰਗਾਂ ਦੇ ਦੌਰ ਵੀ ਚੱਲੇ। ਇੱਕ ਦੂਜੇ ਦੋਵੇਂ ਪਾਸੋਂ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਕਿਸਾਨ ਆਪਣਾ ਪੱਖ ਰੱਖਦੇ ਸੀਗੇ ਤੇ ਸਰਕਾਰ ਆਪਣਾ ਪੱਖ ਰੱਖਦੀ ਸੀਗੀ ਤੇ ਇਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਨਹੀਂ ਬਣ ਪਾਈ, ਜਿਸ ਕਰਕੇ ਇਹ ਸਮਝੌਤਾ ਨਹੀਂ ਹੋ ਪਾਇਆ। ਕਿਸਾਨ ਗਲਤ ਸੀ ਜਾਂ ਵਿਪਕਸ਼ ਦੇ ਬਹਿਕਾਵੇ 'ਚ ਆ ਗਏ ਸੀ ਜਾਂ ਕਿਸਾਨ ਠੀਕ ਸੀ? ਇਹ ਸਾਰੇ ਮਸਲੇ ਮੈਂ ਕਿਸਾਨਾਂ ਨੂੰ ਗਲਤ ਸਰਕਾਰ ਨੇ ਵੀ ਜਿਹੜੇ ਕਾਨੂੰਨ ਬਣਾਏ ਨੇ ਬਹੁਤ ਸਾਰੀਆਂ ਕਮੇਟੀਆਂ ਤੋਂ ਸੁਝਾਅ ਲੈ ਕੇ ਉਹਨਾਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਨੀ ਚਾਹੀ ਸੀ, ਮਗਰ ਫਿਰ ਵੀ ਕਿਸਾਨ ਨਹੀਂ ਚਾਹੁੰਦੇ ਸੀਗੇ ਕਿ ਬਈ ਇਹ ਕਾਨੂੰਨ ਸਰਕਾਰ ਤੇ ਲਾਗੂ। ਜਦੋਂ ਇਹ ਖੇਤੀ ਕਾਨੂੰਨ ਬਿੱਲ ਆਏ ਸੀ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਮਾਸਟਰ ਸਟ੍ਰੋਕ ਹੈ, ਹੁਣ ਜਦੋਂ ਰੱਦ ਕੀਤੇ ਗਏ ਉਦੋਂ ਵੀ ਕਿਹਾ ਜਾ ਰਿਹਾ ਮਾਸਟਰ ਸਟ੍ਰੋਕ ਹੈ। ਤੁਹਾਡਾ ਕੀ ਕਹਿਣਾ? ਦੇਖੋ ਮੈਂ ਆਪ ਜੀ ਨੂੰ ਸਪਸ਼ਟ ਕਰਨਾ ਚਾਹੁੰਦਾ, ਜਿੰਨੀ ਇਸ ਅੰਦੋਲਨ ਦੇ ਪਿੱਛੇ ਪਾਰਟੀਆਂ ਨੇ ਆਪਣੇ ਆਪਣੇ ਮਜ਼ੇ ਲਏ ਨੇ, ਪਾਰਟੀਆਂ ਨੇ ਵੱਧ ਕੇ ਮੁਖਾਲਫਤਾਂ ਵੱਧ ਕੇ ਬੋਲਣਾ ਚਾਲੂ ਕੀਤਾ। ਇਹ ਜਿਹੜਾ ਜੇ ਦੇਖਿਆ ਜਾਵੇ ਤਾਂ ਇਹ ਜਿੰਨਾ ਬਿੱਲ ਦਾ ਮਸੌਦਾ ਸੀਗਾ ਕਾਂਗਰਸ ਗਵਰਨਮੈਂਟ ਨੇ ਇਹਨੂੰ ਤਿਆਰ ਕਰਾਇਆ ਸੀ, ਪਰ ਉਹ ਲਾਗੂ ਨਹੀਂ ਕਰ ਪਾਈ। ਅਗਰ ਇਹ ਬਿੱਲ ਹੀ ਕਿਸਾਨ ਵਾਸਤੇ, ਕਿਸਾਨ ਨਹੀਂ ਚਾਹੁੰਦਾ ਤੇ ਇਸ ਕਰਕੇ ਕਿਸਾਨ ਦਾ ਇਹ ਰੱਦ ਕੀਤਾ ਜਾਣਾ ਚਾਹੀਦਾ। ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਉੱਥੇ ਜਾ ਵੀ ਪਾਉਣਾ ਕਿ ਨਹੀਂ। ਉਹਨਾਂ ਕਿਹਾ ਇੱਥੇ ਹੀ ਧਰਨੇ ਤੁਰਨੇ ਦੇ ਦੀ, ਇੱਥੇ ਹੀ ਆਪਣਾ ਕਰ ਲਈਏ। ਕਿਸਾਨ ਨੂੰ ਕੋਈ ਰੋਕ ਨਹੀਂ ਸੀ, ਨਾ ਮੇਰਾ ਕੋਈ ਪੁਲਿਸ ਇੰਸਪੈਕਟਰ ਰੋਕਦਾ ਸੀ, ਨਾ ਮੇਰਾ SDM ਰੋਕਦਾ ਸੀਗਾ। ਜੋ ਦੋ ਰਾਤਾਂ ਉਹਨਾਂ ਨੇ ਕੱਟੀਆਂ ਆਪਣੀ ਮਰਜ਼ੀ ਨਾਲ, ਆਪਣੀ ਮਰਜ਼ੀ। ਕੀ ਲੱਗਦਾ ਅਗਰ ਕਿਸਾਨ ਅੰਦੋਲਨ ਪਹਿਲਾਂ ਰੱਦ ਹੋ ਜਾਂਦੇ ਇਹ ਕਾਨੂੰਨ, ਜਿਵੇਂ ਆਪਣੇ ਇੱਥੋਂ ਹੀ ਸ਼ਹਾਦਤ ਹੋ ਚੁੱਕੀ ਹੈ, ਲਖੀਮਪੁਰ ਦੀ ਘਟਨਾ ਹੋ ਗਈ ਹੈ, ਸ਼ਾਇਦ ਇਹ ਚੀਜ਼ਾਂ ਕਈ ਮਾਵਾਂ ਦੇ ਪੁੱਤ ਬਚ ਜਾਣੇ ਸੀ, ਸ਼ਾਇਦ ਥੋੜਾ ਜਿਹਾ ਅਫਸੋਸ ਨਹੀਂ ਕਿ ਪਹਿਲਾਂ ਰੱਦ ਹੋ ਜਾਂਦੇ? ਨਹੀਂ, ਮੈਂ ਬਿਲਕੁਲ ਆਪ ਜੀ ਦੀ ਬਿਲਕੁਲ ਰਾਏ ਠੀਕ ਆ ਕਿ ਦੇਰ ਹੋ ਗਈ, ਪਹਿਲੋਂ ਹੀ ਰੱਦ ਹੋ ਜਾਣੇ ਚਾਹੀਦੇ ਸੀ। ਜਿਹੜਾ ਇੰਨੀ ਵੱਡੀਆਂ ਘਟਨਾਵਾਂ ਹੋਈਆਂ। ਭਾਸ਼ਣ ਤੇ ਜਦੋਂ ਦਿੱਤਾ ਸੀ, ਰੱਦ ਕੀਤੇ ਸੀ, ਉਦੋਂ ਕਿਸਾਨਾਂ ਵਾਸਤੇ ਸਿੰਪੈਥੀ ਦੋ ਸ਼ਬਦ ਨਹੀਂ ਬੋਲੇ ਜਿਹੜੇ ਸ਼ਹਾਦਤਾਂ ਪਾ ਗਏ ਨੇ 700 ਜ਼ਿਆਦਾ। ਇਹਦੇ ਬਾਰੇ ਦੇਖੋ ਮੇਰੀ ਗੱਲ ਸੁਣੋ, ਬਹੁਤ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਕਾਨੂੰਨ ਰੱਦ ਕਰਨ ਤੋਂ ਬਾਅਦ ਉਹਨਾਂ ਮਾਫੀ ਵੀ ਮੰਗੀ। ਮਾਫੀ ਦੇ ਮੰਗਣ ਨਾਲ ਸਭ ਚੀਜ਼ ਵਿੱਚ ਆ ਜਾਂਦੀ ਹੈ। ਰਾਜ ਗੱਡੀ ਵੀ ਕਿਤੇ ਫੜੀ ਜਾਂਦੀ ਤਾਂ ਮੈਂ ਟੈਲੀਫੋਨ DMSP ਨੂੰ ਕਰਕੇ ਕਿ ਇਹਨਾਂ ਨੂੰ ਜਾਣ ਦਿਓ, ਇਹਨਾਂ ਨੂੰ ਕੋਈ ਰੋਕ। ਹਮੇਸ਼ਾ ਇਹਨਾਂ ਦਾ ਜਿਹੜੇ ਕਈ ਇਸ ਤਰ੍ਹਾਂ ਦਾ ਮੌਕੇ ਆਏ ਨੇ ਕਿ ਜਿੱਥੇ ਲੋਕਾਂ ਨੇ ਮਤਲਬ ਤਲਾਸ਼ੀਆਂ ਲੈ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਮੈਂ ਕਿਹਾ ਮੇਰੇ ਬਿਲਾਸਪੁਰ ਦੇ ਵਿੱਚ ਕੋਈ ਕਿਸੇ ਵੀ ਕਿਸਾਨ ਨੂੰ ਰੋਕੂਗਾ ਨਹੀਂ। ਆਪਨੇ ਦੇਖਿਆ ਜਦੋਂ ਉੱਥੇ ਇਕੱਠ ਹੋਇਆ, ਸਾਰੇ ਰੋਡ ਤੋਂ ਇੱਥੋਂ ਅਸਾਂ ਆਰਾਮ ਦੇ ਨਾਲ ਇੱਥੋਂ ਸਾਰੇ ਨਿਕਲ ਕੇ ਗਏ ਨੇ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਸਿੱਖ ਸੰਗਤ ਨਿਊਜ਼ ਤੇ। ਪਿਆਰੇ ਦਰਸ਼ਕੋ, ਕਿਸਾਨ ਅੰਦੋਲਨ ਜਿਹੜਾ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ ਚੱਲ ਰਿਹਾ ਹੈ, ਖਤਮ ਹੋ ਗਿਆ। ਹੁਣ ਸਾਰੇ ਕਿਸਾਨ ਆਪੋ ਆਪਣੇ ਘਰ ਜਾ ਰਹੇ ਨੇ। ਇੱਕ ਸੁਖਦ ਗੱਲ ਇਹ ਹੈਗੀ ਹੈ ਕਿ ਬਿਨਾਂ ਟਕਰਾਵ ਦੇ ਜਿੱਦਾਂ ਕਹਿੰਦੇ ਆ ਅੰਤ ਭਲਾ ਸੋ ਭਲਾ, ਸਾਰੇ ਹੁਣ ਕਿਸਾਨ ਆਪੋ ਆਪਣੇ ਘਰ ਜਾ ਰਹੇ ਨੇ। ਸੋ ਅੱਜ ਗੱਲਬਾਤ ਕਰਾਵਾਂਗੇ UP ਦੇ ਤਰਾਈ ਦੇ ਬੈਲਟ ਤੋਂ ਵੀ ਵੱਡੀ ਸੰਖਿਆ ਦੇ ਵਿੱਚ ਕਿਸਾਨਾਂ ਨੇ ਗਾਜ਼ੀਪੁਰ ਜਿਹੜਾ ਬਾਰਡਰ ਹੈ ਉੱਥੇ ਜਾ ਕੇ ਡੇਰਾ ਜਮਾਇਆ ਸੀ। ਬਹੁਤ ਇੱਥੇ ਹਾਲਾਂਕਿ ਟਕਰਾਵ ਦੀ ਸਥਿਤੀ ਕਈ ਵਾਰੀ ਪੈਦਾ ਹੋਈ ਹੈ ਜਦੋਂ ਕਿਸਾਨ ਇੱਥੋਂ ਦੀ ਜਾ ਰਹੇ ਸੀ, ਪ੍ਰਸ਼ਾਸਨ ਵੱਲੋਂ ਰੋਕਿਆ ਗਿਆ, ਲੇਕਿਨ ਉਹਦੇ ਬਾਵਜੂਦ ਤਰਾਈ ਦਾ ਕਿਸਾਨ ਜਿਹੜਾ ਉੱਥੇ ਵੱਡੀ ਸੰਖਿਆ ਦੇ ਵਿੱਚ ਪਹੁੰਚਿਆ। ਸਭ ਤੋਂ ਪਹਿਲੀ ਸ਼ਹਾਦਤ ਜਿਹੜੀ ਹੋਈ ਹੈ 26 ਜਨਵਰੀ ਤੇ, ਉਹ ਇਸੇ ਹੀ ਬੈਲਟ ਤੋਂ ਹੋਈ ਹੈ ਜਿਹਨੂੰ ਆਪਾਂ ਤਰਾਈ ਦੀ ਬੈਲਟ ਕਹਿੰਦੇ ਹਾਂ, ਮਿਨੀ ਪੰਜਾਬ ਕਹਿੰਦੇ ਹਾਂ। ਸੋ ਅੱਜ ਅਸੀਂ ਗੱਲਬਾਤ ਕਰਾਂਗੇ UP ਦੇ ਜਲ ਸ਼ਕਤੀ ਮੰਤਰੀ ਸਰਦਾਰ ਬਲਦੇਵ ਸਿੰਘ ਔਲਖ ਜੀ ਦੇ ਨਾਲ, ਜੋ ਇੱਥੇ ਦੇ ਹੀ ਵਸਨੀਕ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜਾ ਕਿਸਾਨ ਅੰਦੋਲਨ ਹੁਣ ਇੱਕ ਤਰ੍ਹਾਂ ਦਾ ਕਿਸਾਨਾਂ ਦੀ ਸਾਰੀ ਗੱਲਾਂ ਮੰਨ ਗਈਆਂ ਨੇ, ਉਹਨਾਂ ਦਾ ਪ੍ਰਤੀਕਰਮ ਕੀ ਹੈ ਇਸ ਸਾਰੇ ਮੁੱਦੇ ਤੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੰਤਰੀ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਪ੍ਰਤੀਕਿਰਿਆ ਕੀ ਹੈਗੀ ਹੈ? ਬਹੁਤ ਲੰਮੇ 1 ਸਾਲ ਤੋਂ ਜ਼ਿਆਦਾ ਹੋ ਗਿਆ, ਇੱਕ ਟਕਰਾਵ ਦੀ ਸਥਿਤੀ ਸੀ ਸਰਕਾਰ ਤੇ ਕਿਸਾਨਾਂ ਵਿਚਾਲੇ। ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ? ਉਹ ਖਤਮ ਹੋ ਗਿਆ ਹੁਣ। ਦੇਖੀਏ ਜੀ, ਵਾਹਿਗੁਰੂ ਦੀ ਕਿਰਪਾ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਹੈ ਕਿ ਜਿੰਨੇ ਵੀ ਕਿਸਾਨ ਸੀ ਆਪਣੇ
ਇਸ ਜਿਹੜੀ ਮੰਗਾਂ ਨੂੰ ਲੈ ਕੇ ਬੈਠੇ ਸੀਗੇ ਔਰ ਪ੍ਰਧਾਨ ਮੰਤਰੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪਰਬ ਤੇ ਇਹ ਸਾਰੀਆਂ ਚੀਜ਼ਾਂ ਮਿਟਾਉਣ ਦਾ ਕੰਮ ਕੀਤਾ, ਕਿਉਂਕਿ ਇੱਕ ਬਹੁਤ ਵੱਡਾ ਪਰਬ ਸੀਗਾ। ਗੁਰੂ ਨਾਨਕ ਦੇਵ ਜੀ ਦਾ ਇੱਕ ਮੈਸੇਜ ਸੀਗਾ ਕਿ ਬਾਬਾ ਨਾਨਕ ਜੀ ਦੇ ਉੱਤੇ ਪਰਬ ਤੇ ਇਹ ਸਾਰੇ ਜਿੰਨੇ ਵੀ ਕਾਨੂੰਨ ਬਣੇ ਸੀ ਉਹਨਾਂ ਨੂੰ ਰੱਦ ਕਰਨ ਦਾ ਕੰਮ ਕੀਤਾ ਗਿਆ। ਇਹ ਨਹੀਂ ਲੱਗਦਾ ਬਹੁਤ ਦੇਰ ਕਰ ਦਿੱਤੀ ਗਈ ਸਰਕਾਰ ਨੇ? ਕਿਤੇ ਨਾ ਕਿਤੇ ਅਗਰ ਪਹਿਲਾਂ ਰੱਦ ਕਰ ਦਿੱਤੇ ਜਾਂਦੇ, ਕਈ ਮਾਵਾਂ ਦੇ ਪੁੱਤ ਬਚ ਜਾਣੇ ਸੀ। ਭਾਵੇਂ ਇੱਥੋਂ ਦੀ ਸ਼ਹਾਦਤ ਹੋਈ ਹੈ, ਲਖੀਮਪੁਰ ਦੀ ਘਟਨਾ ਹੋ ਗਈ ਹੈ ਤੇ ਵਾਪਸ ਲੈ ਗਏ, ਲੇਕਿਨ ਬਹੁਤ ਇੱਕ ਟਕਰਾਅ ਦੀ ਸਥਿਤੀ ਰਹੀ। ਕੀ ਲੱਗਦਾ ਸਰਕਾਰਾਂ ਵੱਲੋਂ ਗਲਤੀ ਹੋਈ ਹੈ? ਦੇਖिए, ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਸਮੇਂ ਹੁੰਦਾ ਹੈ ਔਰ ਸਮੇਂ ਬਹੁਤ ਬਲਵਾਨ ਹੁੰਦਾ ਹੈ। ਸਮੇਂ ਦੇ ਕਰਕੇ ਹੀ ਜਿਸ ਤਰ੍ਹਾਂ ਕਹਿੰਦੇ ਕੁਦਰਤ ਕਹਿੰਦੇ ਨਾ ਕਿ ਉਹ ਕੁਦਰਤ ਕਰਾ ਲਿਓ, ਉਸੇ ਤਰ੍ਹਾਂ ਨਾ ਹੁੰਦਾ ਰਹਿੰਦਾ ਆ। ਦੇਖੋ, ਇਹ 1 ਸਾਲ ਤੋਂ ਜ਼ਿਆਦਾ ਹੋ ਗਿਆ ਕਿਸਾਨਾਂ ਦੇ ਅੰਦੋਲਨ ਨੂੰ। ਬਹੁਤ ਸਾਰੀਆਂ ਚੀਜ਼ਾਂ ਸਰਕਾਰ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਕਈ ਮੀਟਿੰਗਾਂ ਦੇ ਦੌਰ ਵੀ ਚੱਲੇ। ਇੱਕ ਦੂਜੇ ਦੋਵੇਂ ਪਾਸੋਂ ਸਰਕਾਰ ਵੱਲੋਂ ਔਰ ਕਿਸਾਨਾਂ ਵੱਲੋਂ ਕਿਸਾਨ ਆਪਣਾ ਪੱਖ ਰੱਖਦੇ ਸੀਗੇ ਤੇ ਸਰਕਾਰ ਆਪਣਾ ਪੱਖ ਰੱਖਦੀ ਸੀਗੀ ਤੇ ਇਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਨਹੀਂ ਬਣ ਪਾਈ, ਜਿਸ ਕਰਕੇ ਇਹ ਸਮਝੌਤਾ ਨਹੀਂ ਹੋ ਪਾਇਆ। ਕਿਉਂਕਿ ਸਰਕਾਰ ਕਹਿੰਦੀ ਸੀਗੀ ਕਿ ਇਹ ਕਿਸਾਨਾਂ ਦੇ ਹੱਕ ਦਾ ਬਿੱਲ ਆ, ਚੰਗਾ ਬਿੱਲ ਆ, ਜਿਹੜਾ ਕੋਈ ਸੰਸ਼ੋਧਨ ਕਰਨਾ ਉਹਨੂੰ ਕਰ ਲਓ, ਜੇ ਇਹ 'ਚ ਕੋਈ ਕਮੀ ਆ ਤੇ ਕੱਢ ਲਓ। ਮਗਰ ਕਿਸਾਨ ਇਹ ਚਾਹੁੰਦੇ ਸੀਗੇ ਕਿ ਬਈ ਇਹ ਸਾਰਾ ਦਾ ਸਾਰਾ ਚੀਜ਼ ਹੀ ਰੱਦ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ, ਕਿਸਾਨ ਗਲਤ ਸੀ ਜਾਂ ਵਿਪਕਸ਼ ਦੇ ਬਹਿਕਾਵੇ 'ਚ ਆ ਗਏ ਸੀ, ਜਾਂ ਕਿਸਾਨ ਠੀਕ ਸੀ ਇਸ ਸਾਰੇ ਮਸਲੇ? ਮੈਂ ਕਿਸਾਨਾਂ ਨੂੰ ਗਲਤ ਨਹੀਂ ਕਹੂੰਗਾ। ਦੇਖੋ, ਕਿਸਾਨ ਕੋਈ ਵੀ ਅੰਦੋਲਨਕਾਰੀ, ਇਹਦਾ ਮਤਲਬ ਅਗਰ ਕਿਸਾਨ ਗਲਤ ਨਹੀਂ ਸੀ, ਸਰਕਾਰ ਗਲਤ ਸੀ? ਨਹੀਂ, ਮੈਂ ਸਰਕਾਰ ਨੂੰ ਵੀ ਗਲਤ ਨਹੀਂ ਕਹਿੰਦਾ। ਸਰਕਾਰ ਨੇ ਵੀ ਜਿਹੜੇ ਕਾਨੂੰਨ ਬਣਾਏ ਨੇ, ਬਹੁਤ ਸਾਰੀਆਂ ਕਮੇਟੀਆਂ ਤੋਂ ਸੁਝਾਅ ਲੈ ਕੇ ਉਹਨਾਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਨੀ ਚਾਹੀ ਸੀ। ਮਗਰ ਫਿਰ ਵੀ ਕਿਸਾਨ ਨਹੀਂ ਚਾਹੁੰਦੇ ਸੀਗੇ ਕਿ ਬਈ ਇਹ ਕਾਨੂੰਨ ਸਰਕਾਰ ਤੇ ਲਾਗੂ ਹੋਣ, ਕਿਉਂਕਿ ਇੱਕ ਗਲਤ ਫਹਿਮੀਆਂ ਜਦੋਂ ਪੈਦਾ ਹੋ ਜਾਣ ਧੀਰੇ ਧੀਰੇ। ਦੇਖੋ, ਜਿਸ ਤਰ੍ਹਾਂ ਜੀ GST ਲੱਗੀ ਸੀ, ਸਰਕਾਰ ਨੇ GST ਦਾ ਬਹੁਤ ਸਾਰਾ ਅੰਦੋਲਨ ਹੋਇਆ, ਵਪਾਰੀਆਂ ਅੰਦੋਲਨ ਹੋਇਆ। ਧੀਰੇ ਧੀਰੇ ਅਮੈਂਡਮੈਂਟ ਹੁੰਦੀ ਰਹੀ, 1 ਵਾਰੀ ਹੋਈ, 2 ਵਾਰੀ, 10 ਵਾਰੀ, 20 ਵਾਰੀ ਅਮੈਂਡਮੈਂਟ ਹੋ ਕੇ ਫਿਰ ਬਿੱਲ ਤੇ ਤੁਹਾਡੇ ਹਿਸਾਬ ਨਾਲ ਜਿਹੜੇ ਨਵੇਂ ਖੇਤੀ ਕਾਨੂੰਨ ਬਿੱਲ ਸੀ, ਜਿੱਦਾਂ ਤੁਸੀਂ ਕਹਿ ਰਹੇ ਹੋ, ਉਹ ਅਜੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਵਾਸਤੇ ਠੀਕ ਸੀ ਜਾਂ ਗਲਤ ਸੀ, ਜਿਵੇਂ ਕਿਸਾਨ ਆਪਣੀ ਮੰਗ ਰੱਖਦੇ? ਨਹੀਂ, ਹੁਣ ਤਾਂ ਦੇਖੋ, ਮੇਰੀ ਗੱਲ ਸੁਣੋ, ਸਹੀ ਸੀ ਜਾਂ ਗਲਤ ਸੀਗੇ। ਮਾਨनीय ਪ੍ਰਧਾਨ ਮੰਤਰੀ ਜੀ ਨੇ ਇਹਨਾਂ ਬਿੱਲਾਂ ਨੂੰ ਬਿਲਕੁਲ ਪੂਰਨ ਤਰ੍ਹਾਂ ਤਾਂ ਰੱਦ ਕਰ ਦਿੱਤਾ। MSP ਦੀ ਗਾਰੰਟੀ ਉਹਨਾਂ ਹੁਣ ਉਹ ਸਾਰੀ ਕਮੇਟੀ ਬਣ ਚੁੱਕੀ ਹੈ। ਇੱਕ ਚੀਜ਼ ਹੋਰ, ਜਦੋਂ ਇਹ ਖੇਤੀ ਕਾਨੂੰਨ ਬਿੱਲ ਆਏ ਸੀ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਮਾਸਟਰ ਸਟ੍ਰੋਕ ਹੈ। ਹੁਣ ਜਦੋਂ ਰੱਦ ਕੀਤੇ ਗਏ ਉਦੋਂ ਵੀ ਕਿਹਾ ਜਾ ਰਿਹਾ ਮਾਸਟਰ ਸਟ੍ਰੋਕ ਹੈ। ਤੁਹਾਡਾ ਕੀ ਕਹਿਣਾ? ਦੇਖੋ, ਮੈਂ ਆਪ ਜੀ ਨੂੰ ਸਪਸ਼ਟ ਕਰਨਾ ਚਾਹੁੰਦਾ, ਜਿੰਨੀ ਇਸ ਅੰਦੋਲਨ ਦੇ ਪਿੱਛੇ ਪਾਰਟੀਆਂ ਨੇ ਆਪਣੇ ਮਜ਼ੇ ਲਏ ਨੇ, ਪਾਰਟੀਆਂ ਨੇ ਵੱਧ ਕੇ ਮੁਖਾਲਫਤਾਂ, ਵੱਧ ਕੇ ਬੋਲਣਾ ਚਾਲੂ ਕੀਤਾ। ਇਹ ਜਿਹੜਾ ਜੇ ਦੇਖਿਆ ਜਾਵੇ ਤਾਂ ਇਹ ਜਿੰਨਾ ਬਿੱਲ ਦਾ ਮਸੌਦਾ ਸੀਗਾ, ਕਾਂਗਰਸ ਗਵਰਨਮੈਂਟ ਨੇ ਇਹਨੂੰ ਤਿਆਰ ਕਰਾਇਆ ਸੀ, ਪਰ ਉਹ ਲਾਗੂ ਨਹੀਂ ਕਰ ਪਾਈ। ਪਰ ਹੁਣ ਮਾਨनीय ਪ੍ਰਧਾਨ ਮੰਤਰੀ ਜੀ ਨੇ, ਮੋਦੀ ਜੀ ਨੇ ਇਹਨੂੰ ਕਿਸਾਨ ਦੀ ਆਏ ਦੁੱਗਣੀ ਕਰਕੇ ਲਾਗੂ ਕੀਤਾ, ਪਰ ਕਿਸਾਨਾਂ ਇਹਨੂੰ ਆਪਣੇ ਹੱਕ ਦਾ ਨਹੀਂ ਸਮਝਦੇ ਸੀਗੇ ਤੇ ਬਹੁਤ ਅੱਛਾ ਆ ਇਹ ਬਿੱਲ ਰੱਦ ਹੋਇਆ। ਮੈਂ ਤੇ ਪ੍ਰਧਾਨ ਮੰਤਰੀ ਜੀ ਨੂੰ ਵੀ ਬਹੁਤ ਵਧਾਈ ਦੇਣਾ ਚਾਹੂੰਗਾ ਕਿ ਫਿਰ ਵੀ ਜਿਹੜਾ ਫੈਸਲਾ ਉਹ 'ਚ ਨਾ ਕਿ ਸੰਸ਼ੋਧਨ, ਨਾ ਕੋਈ ਗੱਲ, ਕੋਈ ਇੱਕ ਤਰ੍ਹਾਂ ਦੀ ਗੱਲ ਉਹ 'ਚ ਰੱਖੀ ਨਹੀਂ, ਟੂ ਦੀ ਪੁਆਇੰਟ ਕਿ ਇਹ ਤਿੰਨੇ ਬਿੱਲ ਕਾਨੂੰਨ ਬਣੇ ਨੇ, ਤਿੰਨੇ ਕਾਨੂੰਨ ਬਿੱਲ ਰੱਦ ਹੋਣਗੇ। ਔਰ ਕੀ ਲੱਗਦਾ ਸਰਕਾਰਾਂ ਨੇ ਚੋਣਾਂ ਵੇਖ ਕੇ ਇਹਨੂੰ ਰੱਦ ਕੀਤੇ ਨੇ ਜਾਂ ਕੁਝ ਹੋਰ ਮਨਸ਼ਾ ਸੀ? ਨਹੀਂ, ਕੋਈ ਚੋਣ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰਾਂ ਨੇ ਜਦੋਂ ਸਰਵੇ ਕਰਾਇਆ ਯੂਪੀ ਦੇ ਵਿੱਚ ਇਹਦਾ ਬੜਾ ਵੱਡਾ ਅਸਰ ਨੂੰ ਦੇਖਣ ਨੂੰ ਮਿਲ ਰਿਹਾ ਸੀ, ਤਾਂ ਕਰਕੇ ਸਰਕਾਰਾਂ ਨੇ ਸਾਰੀ ਗੱਲ। ਦੇਖिए, ਮੈਂ ਜ਼ਿਆਦਾ ਤੇ ਇਸ ਚੈਨਲ ਦੇ ਮਾਧਿਅਮ ਨਾਲ ਆਪ ਜੀ ਦੇ ਉੱਤਰ ਕਹਿਣਾ ਚਾਹੁੰਦਾ ਹਾਂ। ਦੇਖिए ਕਿ ਉੱਤਰ ਪ੍ਰਦੇਸ਼ ਬਹੁਤ ਵੱਡਾ ਪ੍ਰਦੇਸ਼ ਆ ਔਰ ਇਹਦੇ 'ਚ ਹਰ ਇਲਾਕੇ ਦੇ ਮੰਨ ਲਿਆ ਪੱਛਮ 'ਚ ਅਲੱਗ ਸਮੱਸਿਆ ਆ, ਇੱਥੇ ਅਲੱਗ ਆ, ਹੋਰ ਅੱਗੇ ਅਲੱਗ ਆ, ਹੋਰ ਅੱਗੇ ਅਲੱਗ ਆ। ਤੇ ਇਹ ਗੱਲਾਂ ਚੁਣਾਵ ਦੇ ਕਰਕੇ ਨਹੀਂ, ਮਗਰ ਇਹ ਐਸੀ ਕਿ ਵੀ ਕਿਸਾਨ ਵੀ ਬੈਠੇ ਨੇ। ਅਗਰ ਇਹ ਬਿੱਲ ਹੀ ਕਿਸਾਨ ਵਾਸਤੇ, ਕਿਸਾਨ ਨਹੀਂ ਚਾਹੁੰਦਾ ਤੇ ਇਸ ਕਰਕੇ ਕਿਸਾਨ ਦਾ ਇਹ ਰੱਦ ਕੀਤਾ ਜਾਣਾ ਚਾਹੀਦਾ। ਮੈਂ ਤਾਂ ਕਿਸਾਨਾਂ ਨੂੰ ਵੀ ਵਧਾਈ ਦੇਣਾ ਚਾਹੂੰਗਾ। ਤੁਹਾਡੇ ਤੇ ਵੀ ਬੜੇ ਆਰੋਪ ਲੱਗੇ ਸੀ ਜਦੋਂ ਕਿਸਾਨ ਇੱਥੋਂ ਦੀ ਜਾ ਰਹੇ ਸੀ ਕਿ ਤੁਸੀਂ ਵੀ ਆਪਣੇ ਅਹੁਦੇ ਦਾ ਗਲਤ ਉਪਯੋਗ ਕਰਦੇ ਹੋਏ ਕਿਸਾਨਾਂ ਦੇ ਨਾਲ, ਜਿੱਦਾਂ ਕਹਿੰਦੇ ਆ ਕਿ ਇੱਕ ਗਲਤ ਸਲੂਕ ਕੀਤਾ। ਬਹੁਤ ਵੱਡੀਆਂ ਇੱਥੇ ਦੀ ਗੱਲਾਂ ਪਤਾ ਚੱਲੀਆਂ, ਉਹਦੇ ਬਾਰੇ ਕੀ ਕਹਿਣਾ? ਦੇਖिए, ਮੈਂ ਸਪਸ਼ਟ ਕਹਿ ਦੇਣਾ ਚਾਹੁੰਦਾ ਹਾਂ ਕਿ ਜਦੋਂ ਕਿਸਾਨ ਅੰਦੋਲਨ ਚਾਲੂ ਹੋਇਆ, ਜਿਸ ਤਰ੍ਹਾਂ ਬਾਰਡਰ ਤੇ ਕਾਲ ਆਉਂਦੀ ਸੀਗੀ ਤੇ ਆਪਣੇ ਇੱਥੋਂ ਉੱਤਰਾਂਚਲ ਦੇ ਲੋਕ, ਭਾਵੇਂ ਇੱਥੋਂ ਦੀ ਅਗਰ ਅਗਲੇ ਬਾਰਡਰ ਤੇ ਜਾਈਏ, ਉੱਥੇ ਪੁਲਿਸ ਤੇ ਕਿਸਾਨਾਂ ਵੱਲ ਚੱਲੇ, ਜਿਵੇਂ ਮਾਰਕੁੱਟ ਵੀ ਹੁੰਦੀ ਹੈ। ਉਹ ਵੀ ਗੱਲ ਕਹਿਣਾ ਚਾਹੁੰਦਾ ਕਿ ਇਹ ਰਸਤਾ ਜਿਹੜਾ ਮੇਰੀ ਵਿਧਾਨ ਸਭਾ ਬਿਲਾਸਪੁਰ ਹੋ ਕੇ ਹੀ ਜਾਂਦਾ ਸੀ, ਚਾਹੇ ਰੁਦਰਪੁਰ
ਜਲਾਲਪੁਰ ਤੋਂ ਆਉਂਦੇ ਸੀ ਤੇ ਚਾਹੇ ਬੇੜੀ ਤੋਂ ਆਉਂਦੇ ਸੀ ਤੇ ਭਾਵੇਂ ਸਤਾਰਗੰਜ ਤੋਂ ਆਉਂਦੇ ਸੀਗੇ, ਪਰ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੇਰੇ ਰਾਮਪੁਰ ਦੇ ਵਿੱਚ ਕਿਸੇ ਨਾ ਵੀ ਕਿਸੇ ਕਿਸਾਨ ਦੇ ਨਾਲ ਕੋਈ ਬੇਦਗੀ ਹੋਏ, ਕਿਸਾਨ ਦੇ ਨਾਲ ਕੋਈ ਸੜਕਾਂ ਉੱਤੇ 2 ਰਾਤਾਂ ਕਿਸਾਨਾਂ ਨੇ ਕੱਢੀਆਂ ਨੇ। ਬਿਲਕੁਲ ਨਹੀਂ। ਦੇਖੇ ਮੇਰੀ ਗੱਲ ਨਹੀਂ ਸਮਝੇ, ਮੈਂ ਉਹਦਾ ਗਵਾਹ ਆ ਔਰ ਕਿਸਾਨ ਯੂਨੀਅਨ ਦੇ ਲੋਕ ਵੀ, ਮੈਂ ਨਾਂ ਦੱਸ ਦੂੰਗਾ ਗਵਾਹ। ਉਹਨਾਂ ਨੂੰ ਜਦੋਂ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਆਖਿਆ ਰੋਕਣਾ ਨਹੀਂ। ਮੇਰੇ 2 ਰਾਤਾਂ ਉਹਨਾਂ ਨੇ ਸਰਦੀਆਂ ਰਾਤਾਂ ਖੁੱਲੀ ਸੜਕਾਂ ਤੇ ਮੈਂ ਕੱਟੀਆਂ। ਆਪ ਜੀ ਨੂੰ ਕਹਿ ਰਿਹਾ, ਜਿਹਨਾਂ ਜਾਣ ਕੇ ਕੱਟੀਆਂ, ਉਹਨਾਂ ਕਿਹਾ ਕਿ ਜਾਓ ਇੱਥੋਂ। ਅੱਛਾ, ਮੈਂ ਕਹਿੰਦਾ ਐਸਡੀਐਮ ਨੇ, ਸੀਓ ਨੇ ਔਰ ਕਿਸਾਨ ਯੂਨੀਅਨ ਦੇ ਬੰਦਿਆਂ ਨੇ, ਆਪ ਜਾ ਕੇ ਪਤਾ ਕਰ ਲਓ, ਮੈਂ ਨਾਂ ਦੇ ਦੂੰਗਾ ਕਿ ਕੋਈ ਰੋਕ ਨਹੀਂ। ਉਹ ਖੁਦ ਆਣ ਕੇ ਚੀਨੀ ਮਿਲ ਦੇ ਅੱਗੇ ਬੈਠੇ ਨੇ ਕਿ ਅਸੀਂ ਉੱਥੇ ਉਦੋਂ ਇਸ ਤਰ੍ਹਾਂ ਦਾ ਸਿਸਟਮ ਉੱਥੇ ਗਾਜੀਪੁਰ ਨਹੀਂ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਉੱਥੇ ਜਾ ਵੀ ਪਾਉਣਾ ਕਿ ਨਹੀਂ। ਉਹਨਾਂ ਕਿਹਾ ਇੱਥੇ ਹੀ ਧਰਨੇ ਤੁਰਨੇ ਦੇ ਦਿਓ, ਇੱਥੇ ਹੀ ਆਪਣਾ ਕਰ ਲਈਏ। ਕਿਸਾਨ ਨੂੰ ਕੋਈ ਰੋਕ ਨਹੀਂ ਸੀ, ਨਾ ਮੇਰਾ ਕੋਈ ਪੁਲਿਸ ਇੰਸਪੈਕਟਰ ਰੋਕਦਾ ਸੀ, ਨਾ ਮੇਰਾ ਐਸਡੀਐਮ ਰੋਕਦਾ ਸੀਗਾ। ਜੋ 2 ਰਾਤਾਂ ਉਹਨਾਂ ਨੇ ਕੱਟੀਆਂ ਆਪਣੀ ਮਰਜ਼ੀ ਨਾਲ ਕੱਟੀਆਂ। ਅੱਛਾ, ਹੁਣ ਤੁਹਾਨੂੰ ਕੀ ਲੱਗਦਾ, ਹੁਣ ਜਿਵੇਂ ਚੋਣਾਂ ਆ ਗਈਆਂ ਨੇ ਤੇ ਅਸਰ ਪਏਗਾ ਤੁਹਾਡੀ ਵੀ? ਤੁਸੀਂ ਵੀ ਇੱਥੋਂ ਦੀ ਇੱਕ ਵੱਡਾ ਚਿਹਰਾ ਮੰਨੇ ਜਾਂਦੇ ਹੋ, ਬੀਜੇਪੀ ਤੋਂ ਤੁਸੀਂ ਵੀ ਵੱਡਾ ਚਿਹਰਾ ਹੈਗੇ ਹੋ। ਕੀ ਲੱਗਦਾ ਇਸ ਕਿਸਾਨ ਅੰਦੋਲਨ ਦਾ ਅਸਰ ਦੇਖਣ ਨੂੰ ਮਿਲੇਗਾ? ਦੇਖੇ, ਕਿਸਾਨ ਸਾਡੇ, ਅਸੀਂ ਉਹਨਾਂ ਨੂੰ ਭਗਵਾਨ ਦੇ ਰੂਪ, ਵਾਹਿਗੁਰੂ ਦੇ ਰੂਪ ਨਾਲ ਆਪਾਂ ਕਿਸਾਨਾਂ ਨੂੰ ਮੰਨਦੇ ਹਾਂ, ਕਿਉਂਕਿ ਸਾਡਾ ਪ੍ਰਦੇਸ਼ ਹੀ ਕਿਸਾਨ ਆ, ਪ੍ਰਧਾਨ ਦੇਸ਼ ਆ। ਔਰ ਖਾਸ ਕਰਕੇ ਮੇਰੇ ਇੱਥੇ ਜਿੰਨੇ ਵੀ ਮੇਰੇ ਵੀਰ ਕਿਸਾਨ ਨੇ, ਬਹੁਤ ਸਾਰੇ ਮੇਰੇ ਸਾਥੀ ਨੇ ਜਿਹੜੇ ਕਿ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਨਾ ਲਿਆ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਕੋਈ ਮੈਂ ਕਦੀ ਕਿ ਉਹਨਾਂ ਨੂੰ ਨਹੀਂ ਕਿਹਾ ਕਿ ਬਿਲਕੁਲ ਕਿਸਾਨਾਂ ਦੇ ਹੱਕ ਦੀ ਲੜਾਈ ਤੁਸੀਂ ਲੜ ਰਹੇ, ਬਹੁਤ ਅੱਛੀ ਗੱਲ ਆ। ਅੱਜ ਕਿਸਾਨਾਂ ਦਾ ਅੰਦੋਲਨ ਖਤਮ ਹੋਇਆ। ਪਹਿਲੋਂ ਵੀ ਮੇਰਾ ਵਿਅਕਤੀਗਤ ਹਰ ਵਿਅਕਤੀ ਨਾਲ ਮੇਰੇ ਸੰਬੰਧ ਨੇ ਔਰ ਮੈਂ ਲੋਕਾਂ ਦੇ ਕੰਮ ਕੀਤੇ ਨੇ, ਬਿਲਾਸਪੁਰ ਦਾ ਵਿਕਾਸ ਕੀਤਾ ਹੈ, ਲੋਕਾਂ ਨੂੰ ਇਮਾਨਦਾਰੀ ਦੇ ਨਾਲ ਮੈਂ ਉਹਨਾਂ ਦੇ ਨਾਲ ਖੜਾ ਰਿਹਾ ਹਾਂ ਤੇ ਉਹ ਵੀ ਮੇਰੇ ਨਾਲ ਅੰਦੋਲਨ ਚੱਲਿਆ। ਅੰਦੋਲਨ ਦਾ ਵੀ ਕਿਸਾਨ ਦੇ ਪੱਖਦਾਰ ਹਿੱਸੇਦਾਰ ਸੀਗੇ ਔਰ ਜਦੋਂ ਮੇਰਾ ਮਾਮਲਾ ਪੈਂਦਾ, ਮੇਰੇ ਨਾਲ ਵੀ ਹਿੱਸੇਦਾਰ ਹੈ, ਮੇਰੇ ਪੱਖ 'ਚ ਖਲੋਤੇ ਨੇ। ਮੰਤਰੀ ਜੀ, ਜਾਂਦੇ ਕੀ ਲੱਗਦਾ ਅਗਰ ਕਿਸਾਨ ਅੰਦੋਲਨ ਪਹਿਲਾਂ ਰੱਦ ਹੋ ਜਾਂਦੇ, ਇਹ ਕਾਨੂੰਨ ਜਿਵੇਂ ਆਪਣੇ ਇੱਥੋਂ ਹੀ ਸ਼ਹਾਦਤ ਹੋ ਚੁੱਕੀ ਹੈ, ਲਖੀਮਪੁਰ ਦੀ ਘਟਨਾ ਹੋ ਗਈ ਹੈ, ਤੇ ਸ਼ਾਇਦ ਇਹ ਚੀਜ਼ਾਂ ਕਈ ਮਾਵਾਂ ਦੇ ਪੁੱਤ ਬਚ ਜਾਣੇ ਸੀ, ਸ਼ਾਇਦ ਥੋੜਾ ਜਿਹਾ ਅਫਸੋਸ ਨਹੀਂ ਕਿ ਪਹਿਲਾਂ ਰੱਦ ਹੋ ਜਾਂਦੇ? ਨਹੀਂ, ਮੈਂ ਬਿਲਕੁਲ ਆਪ ਜੀ ਦੀ ਬਿਲਕੁਲ ਰਾਏ ਠੀਕ ਆ ਕਿ ਦੇਰ ਹੋ ਗਈ, ਪਹਿਲੋਂ ਹੀ ਰੱਦ ਹੋ ਜਾਣੇ ਚਾਹੀਦੇ ਸੀ। ਜਿਹੜਾ ਇੰਨੇ ਵੱਡੀਆਂ ਘਟਨਾਵਾਂ ਹੋਈਆਂ, ਚਾਹੇ ਵਿਪਕਸ਼ ਇਹਦਾ ਬੈਨੀਫਿਟ ਲੈ ਗਿਆ, ਟਕਰਾਵ ਜਿਸ ਦੀ ਕਈ ਵਾਰੀ ਆ ਗਈ, ਕਿਤੇ ਨਾ ਕਿਤੇ। ਦੇਖੋ, ਵਿਪਕਸ਼ ਤੇ ਅਜੇ ਵੀ ਨਹੀਂ ਚਾਹੁੰਦਾ ਕਿ ਅੰਦੋਲਨ ਖਤਮ ਹੋਏ। ਮੈਂ ਆਪ ਜੀ ਨੂੰ ਸਪਸ਼ਟ ਕਹਿਣਾ ਚਾਹੁੰਦਾ, ਵਿਪਕਸ਼ ਅਜੇ ਵੀ ਨਹੀਂ ਚਾਹੁੰਦਾ ਹੈ ਕਿ ਅੰਦੋਲਨ ਕਿਸੇ ਤਰ੍ਹਾਂ। ਉਹਨਾਂ ਦੀ ਤੇ ਰੋਜੀ ਰੋਟੀ ਚੱਲ ਰਹੀ, ਪਾਰਟੀਆਂ ਦੀ ਤੇ ਕਿਸਾਨ ਦਾ ਫੀਲਡ ਆ ਤੇ ਆਪਣੇ ਤੀਰ ਨਿਸ਼ਾਨੇ ਮਾਰ ਰਹੇ ਨੇ। ਤੁਸੀਂ ਦੇਖੋ, ਚਾਹੇ ਸੰਸਦ ਦੇ ਵਿੱਚ ਵੇਖ ਲਓ, ਚਾਹੇ ਰਾਜ ਸਭਾ 'ਚ ਦੇਖ ਲਓ। ਮਤਲਬ ਇਹ ਬਹੁਤ ਪਹਿਲੋਂ ਹੀ ਖਤਮ ਹੋ ਜਾਣਾ ਚਾਹੀਦਾ ਸੀਗਾ ਕਿ ਦੇਰ ਹੋ ਗਈ ਇੱਕ ਦੂਸਰੇ ਨੂੰ ਸਮਝਣ ਦੀ ਕਿ ਬਈ ਕੀ ਕਰਨਾ ਚਾਹੀਦਾ ਆ। ਇਹ ਪ੍ਰਧਾਨ ਮੰਤਰੀ ਜੀ ਨੇ ਫਿਰ ਵੀ ਆਪਣੇ ਸਮੇਂ ਲੈਤੇ, ਜਿਹੜਾ ਉਹਨਾਂ ਦੇ ਮੀਡੀਏਟਰ ਸੀਗੇ, ਮੰਤਰੀ ਲੋਕ ਸੀਗੇ, ਜਾਂ ਤੇ ਉਹ ਜਾਂ ਕਿਸਾਨ, ਉਹ ਚੰਗੀ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਨਹੀਂ ਦੱਸ ਪਾਏ ਜਾਂ ਕੋਈ ਪੂਰੀ ਤਰ੍ਹਾਂ ਬਰੀਫ ਨਹੀਂ ਹੋ ਪਾਇਆ। ਅਗਰ ਪ੍ਰਧਾਨ ਮੰਤਰੀ ਖੁਦ ਸਮਝੇ, ਉਹਨਾਂ ਇਸ ਚੀਜ਼ ਨੂੰ ਬਰੀਕੀ ਨਾਲ ਲਿਆ ਤੇ ਉਹਨਾਂ ਸੋਚਿਆ ਨਹੀਂ, ਇਹ ਕਿਸਾਨ ਵਾਸਤੇ ਹੀ ਇਹ ਕਾਨੂੰਨ ਬਣਾਏ ਆ ਤੇ ਕਿਸਾਨ ਨਹੀਂ ਚਾਹੁੰਦੇ, ਕਿਸਾਨਾਂ ਵਾਸਤੇ ਹੀ ਰੱਦ ਕਰ। ਮੋਦੀ ਸਾਹਿਬ ਨੇ ਭਾਸ਼ਣ ਤੇ ਜਦੋਂ ਦਿੱਤਾ ਸੀ, ਰੱਦ ਕੀਤੇ ਸੀ, ਉਦੋਂ ਕਿਸਾਨਾਂ ਵਾਸਤੇ ਸਿੰਪੈਥੀ 2 ਸ਼ਬਦ ਨਹੀਂ ਬੋਲੇ, ਜਿਹੜੇ ਸ਼ਹਾਦਤਾਂ ਪਾ ਗਏ ਨੇ 700 ਜ਼ਿਆਦਾ। ਇਹਦੇ ਬਾਰੇ ਕੀ? ਦੇਖੋ, ਮੇਰੀ ਗੱਲ ਸੁਣੋ, ਬਹੁਤ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਕਾਨੂੰਨ ਰੱਦ ਕਰਨ ਤੋਂ ਬਾਅਦ ਉਹਨਾਂ ਮਾਫੀ ਵੀ ਮੰਗੀ। ਮਾਫੀ ਦੇ ਮੰਗਣ ਨਾਲ ਸਭ ਚੀਜ਼ ਵਿੱਚ ਆ ਜਾਂਦੀ ਹੈ। ਉਹਦੀ ਮਾਫੀ ਦੀ ਅਗਰ ਆਪਾਂ ਡੈਫੀਨੇਸ਼ਨ ਜਾਂ ਉਹਦਾ ਵਿਸਤਾਰ ਨਾਲ ਗੱਲ ਕਰਾਂ ਤਾਂ ਜਿੱਧਰ ਮਰਜ਼ੀ ਤੁਸੀਂ ਜੋੜ ਸਕਦੇ ਹੋ, ਸਾਰੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ। ਐਸਾ ਨਹੀਂ ਹੈ। ਔਰ ਮੈਂ ਫਿਰ ਕਹਿੰਦਾ ਹਾਂ ਕਿ ਮੈਂ ਵਧਾਈ ਦੇਣਾ ਚਾਹੁੰਦਾ ਪ੍ਰਧਾਨ ਮੰਤਰੀ ਨੂੰ, ਕਿਸਾਨਾਂ ਨੂੰ ਵੀ, ਕਿ ਮਹਾਰਾਜ ਦੀ ਕਿਰਪਾ ਉਹਨਾਂ ਤੇ ਰਹੀ ਹੈ ਕਿ ਉਹਨਾਂ ਬਹੁਤ ਵੱਡਾ ਆਪਣਾ ਇੱਕ ਕਿਸਾਨਾਂ ਵਾਸਤੇ ਉਪਰਾਲਾ ਕਰਕੇ ਬੈਠੇ ਸੀਗੇ, ਜਿਹੜੇ ਉਹ ਸਫਲ ਹੋਏ ਨੇ। ਮੈਂ ਬਹੁਤ ਉਹਨਾਂ ਨੂੰ, ਜਿਹੜੇ ਵਿਚਾਰੇ ਜਿਨ੍ਹਾਂ ਸ਼ਹਾਦਤਾਂ ਪਾ ਲਈਆਂ ਨੇ, ਉਹਨਾਂ ਨੂੰ ਵੀ ਮੈਂ ਯਾਦ ਕਰਦਾ ਹਾਂ, ਕਿਉਂਕਿ ਮੈਂ ਹਰ ਜਗ੍ਹਾ ਹਰ ਉਰਤੇ ਦੁੱਖ ਸੁੱਖ ਤੇ ਲੋਕਾਂ ਦੇ ਨਾਲ ਰਿਹਾ ਹਾਂ। ਮੈਂ ਕਦੀ ਨਾ ਮੈਨੂੰ ਕਿਸੇ ਕਿਸਾਨ ਵੀਰ ਨੇ ਕੋਈ ਗੱਲ ਕਹੀ ਆ ਤੇ ਨਾ ਮੈਂ ਰੁਕਿਆ ਆ। ਕਿੱਥੇ ਵੀ ਘਟਨਾ ਹੋਈ ਹੈ, ਮੈਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ, ਕਿਉਂਕਿ ਮੇਰੇ ਜਿੱਥੇ ਵਿਅਕਤੀਗਤ ਸੰਬੰਧ ਆ, ਮੈਂ ਹਰ ਇੱਕ ਥਾਂ ਜਾਣਾ, ਮੈਨੂੰ ਕਿਸੇ ਵੀ ਕਿਸਾਨ ਨੇ, ਕਿਉਂਕਿ ਮੈਂ ਲੋਕਾਂ ਦੇ ਕਿਸਾਨਾਂ, ਮੈਂ ਕੋਈ ਵਿਰੋਧ ਨਹੀਂ ਕੀਤਾ, ਮੈਂ ਕਿਸਾਨ ਅੰਦੋਲਨ ਦਾ ਕੋਈ ਵਿਰੋਧ ਨਹੀਂ ਕੀਤਾ, ਮੈਂ ਕਿਸਾਨ ਅੰਦੋਲਨ ਦਾ ਸਹਿਯੋਗ ਕੀਤਾ। ਜੇ ਕਿਤੇ ਕੋਈ ਰਾਜ ਗੱਡੀ ਵੀ ਕਿਤੇ ਫੜੀ ਜਾਂਦੀ ਸੀ ਤਾਂ ਮੈਂ ਟੈਲੀਫੋਨ DMSP ਨੂੰ ਕਰਕੇ ਕਿ ਇਹਨਾਂ ਨੂੰ ਜਾਣ ਦਿਓ, ਇਹਨਾਂ ਨੂੰ ਕੋਈ ਰੋਕ। ਹਮੇਸ਼ਾ ਇਹਨਾਂ ਦਾ, ਜਿਹੜੇ ਕਈ ਇਸ ਤਰ੍ਹਾਂ ਦਾ ਮੌਕੇ ਆਏ ਨੇ ਕਿ ਜਿੱਥੇ ਲੋਕਾਂ ਨੇ ਮਤਲਬ ਤਲਾਸ਼ੀਆਂ ਲੈ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਮੈਂ ਕਿਹਾ ਮੇਰੇ ਬਿਲਾਸਪੁਰ ਦੇ ਵਿੱਚ ਕੋਈ ਕਿਸੇ ਵੀ ਕਿਸਾਨ ਨੂੰ ਰੋਕੂਗਾ ਨਹੀਂ। ਆਪਨੇ ਦੇਖਿਆ ਜਦੋਂ ਉੱਥੇ ਇਕੱਠ ਹੋਇਆ, ਸਾਰੇ ਰੋਡ ਤੋਂ ਇੱਥੋਂ
ਅਸਾਂ ਆਰਾਮ ਦੇ ਨਾਲ ਇੱਥੋਂ ਸਾਰੇ ਨਿਕਲ ਕੇ ਗਏ ਨੇ। ਕਿਸੇ ਪੁਲਿਸ ਵਾਲੇ ਕੀ ਹਿੰਮਤ ਨਹੀਂ। ਇੱਕ ਹੋਇਆ ਤਾਂ ਮੁਰਾਦਾਬਾਦ ਬਾਰਡਰ ਤੇ ਟੋਲ ਤੇ ਉੱਥੇ ਕਹਾ ਸੁਣੀ ਕਈਆਂ, ਹਾਂ, ਜ਼ਰੂਰ ਹੋਈ ਆ, ਕਈ ਪਰ ਬੰਦੇ ਦੇ ਮੇਰੇ ਹੱਥ ਪੈਰ ਵੀ, ਹਾਂ। ਮੇਰੇ ਰਾਮਪੁਰ ਦੇ ਵਿੱਚ ਬਿਲਕੁਲ ਨਹੀਂ। ਉੱਥੇ ਵੀ ਮੈਂ DIG ਨਾਲ ਗੱਲ ਕੀਤੀ ਕਿ ਨਹੀਂ ਇਹ ਗਲਤ ਗੱਲ ਆ, ਇਹ ਆਪਣੇ ਅੰਦੋਲਨ ਵਾਸਤੇ ਜਾ ਰਹੇ ਨੇ, ਕੋਈ ਕਿਸੇ ਲੜ ਨਹੀਂ ਜਾ ਰਹੇ, ਆਪਣੇ ਮਿਸ਼ਨ ਤੇ ਜਾ ਰਹੇ ਨੇ, ਇਹਨਾਂ ਨੂੰ ਕੋਈ ਵੀ ਰੋਕਿਆ ਨਾ ਜਾਵੇ। ਮੈਂ ਉਹ ਵੀ ਉਹਨਾਂ ਨੂੰ ਕਿਹਾ। ਮੈਂ ਫਿਰ ਇਹ ਕਹਿੰਦਾ ਹਾਂ ਕਿ ਮੈਂ ਕਿਸਾਨਾਂ ਦਾ ਬਹੁਤ ਬਹੁਤ ਵਧਾਈ, ਕਿਉਂਕਿ ਕਿਸਾਨ ਇੱਕ ਜਦੋਂ ਸ਼ਬਦ ਲੱਗ ਜਾਂਦਾ ਨਾ, ਉਹ ਭਗਵਾਨ ਦੇ ਰੂਪ ਚ ਆ ਜਾਂਦਾ ਹੈ। ਅੰਨਦਾਤਾ ਕਿਹਾ ਜਾਂਦਾ ਹੈ। ਅੰਨਦਾਤਾ ਉਹੀ ਹੁੰਦਾ ਆ ਜਿਹੜਾ ਜਿਹਨੂੰ ਜੋ ਕਿਸਾਨ ਤੇ ਅੰਨਦਾਤਾ ਮਤਲਬ ਭਗਵਾਨ ਦਾ ਰੂਪ ਆ। ਮੈਂ ਬਿਲਕੁਲ ਉਹਨਾਂ ਨਾਲ ਜੀ ਆਇਆਂ ਨੂੰ ਉਹਨਾਂ ਦਾ ਸਵਾਗਤ ਕਰਦਾ ਹੈ, ਤੇ ਨਾਲੇ ਜਿਨ੍ਹਾਂ ਕਾਨੂੰਨ ਰੱਦ ਕੀਤੇ ਨੇ ਪ੍ਰਧਾਨ ਮੰਤਰੀ, ਉਹਨਾਂ ਦਾ ਵੀ ਸਵਾਗਤ। ਸੋ ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਜੁੜੇ ਹੋਏ ਸੀ ਸਰਦਾਰ ਬਲਦੇਵ ਸਿੰਘ ਔਲਖ ਜੀ, ਯੂਪੀ ਦੇ ਜਲ ਸ਼ਕਤੀ ਮੰਤਰੀ ਨੇ, ਜਿਨ੍ਹਾਂ ਨੇ ਇਹਨਾਂ ਜਿਹੜੇ ਕ੍ਰਿਸ਼ੀ ਕਾਨੂੰਨ ਰੱਦ ਕੀਤੇ ਗਏ ਉਹਨਾਂ ਦਾ ਸਵਾਗਤ ਵੀ ਕੀਤਾ ਹੈ, ਤੇ ਇਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਜਿਹੜੀ ਵਿਧਾਨ ਸਭਾ ਹੈ, ਆਪਣਾ ਖੇਤਰ ਹੈ, ਇਹਨਾਂ ਵੱਲੋਂ ਕਿਸਾਨਾਂ ਨੂੰ ਕਦੀ ਵੀ ਪਰੇਸ਼ਾਨ ਨਹੀਂ ਕੀਤਾ ਗਿਆ ਜਿੰਨਾ ਸਮਾਂ ਵੀ ਇਹ ਅੰਦੋਲਨ ਚੱਲਿਆ। ਸੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦਿੱਤੇ ਨੇ। ਫਿਰ ਕਦੀ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਨੂੰ ਰੂਬਰੂ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।